Hello, dear students. You're welcome in today's session. Today we will discuss imperative sentences. ਤੁਸੀਂ ਕਈ ਵਾਰ ਇੰਪੈਰੇਟਿਵ ਸੈਂਟੈਂਸਸ ਬਾਰੇ ਪੁੱਛਿਆ ਵਿਦਿਆਰਥੀਓ, ਤਾਂ ਉਸ ਡਾਊਟਸ ਨੂੰ ਕਲੀਅਰ ਕਰਨ ਵਾਸਤੇ ਆਪਾਂ ਅੱਜ ਇੰਪੈਰੇਟਿਵ ਸੈਂਟੈਂਸ ਕੀ ਹੈ ਤੇ ਇਸ ਦੀ ਵੌਇਸ ਕਿਵੇਂ ਚੇਂਜ ਹੁੰਦੀ ਹੈ ਇਸ ਬਾਰੇ ਕਰਾਂਗੇ। ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੇਟਾ, ਇੰਪੈਰੇਟਿਵ ਸੈਂਟੈਂਸ ਜਿਹੜਾ ਹੁੰਦਾ ਹੈ ਡਾਇਰੈਕਟ ਕਮਾਂਡ, ਰਿਕੁਐਸਟ, ਇਨਵੀਟੇਸ਼ਨ, ਵਾਰਨਿੰਗ ਜਾਂ ਇੰਸਟਰਕਸ਼ਨ ਜਾਂ ਕੋਈ ਸਲਾਹ, ਇਸ ਨੂੰ ਐਕਸਪ੍ਰੈਸ ਕਰਦਾ ਹੈ ਤੇ ਇਹਦਾ ਕੋਈ ਸਬਜੈਕਟ ਨਹੀਂ ਹੁੰਦਾ। ਇੰਪੈਰੇਟਿਵ ਸੈਂਟੈਂਸ ਦਾ ਕੋਈ ਸਬਜੈਕਟ ਨਹੀਂ ਹੁੰਦਾ। ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕਿ ਡੂ ਨਾਟ ਹੈਵ ਅ ਸਬਜੈਕਟ, ਇਸ ਦਾ ਸਬਜੈਕਟ ਨਹੀਂ ਹੁੰਦਾ, ਬਲਕਿ ਇੱਕ ਡਾਇਰੈਕਟਿਵ ਦਿੱਤਾ ਜਾਂਦਾ ਹੈ ਇੰਪਲਾਈਡ ਸੈਕਿੰਡ ਪਰਸਨ। ਇੰਪਲਾਈਡ ਸੈਕਿੰਡ ਮਤਲਬ ਯੂ, ਜਿਵੇਂ ਤੁਹਾਨੂੰ ਕਿਹਾ ਜਾਂਦਾ ਕੁਝ, ਡੂ ਦਿਸ ਵਰਕ, ਡੂ ਯੋਰ ਹੋਮਵਰਕ, ਓਪਨ ਦਾ ਡੋਰ, ਓਪਨ ਦਾ ਵਿੰਡੋ। ਇਹ ਸਾਰੇ ਕਮਾਂਡਸ ਨੇ ਜਿਹੜੀਆਂ ਡਾਇਰੈਕਟਲੀ ਦਿੱਤੀਆਂ ਜਾਂਦੀਆਂ ਨੇ। ਇੰਪਲਾਈਡ ਮਤਲਬ ਹਿਡਨ ਸੈਕਿੰਡ ਪਰਸਨ ਨੂੰ, ਇਨਡਾਇਰੈਕਟ ਵੇ ਟੂ ਟੈਲ ਸਮਥਿੰਗ, ਸਮਬਡੀ ਟੂ ਡੂ ਸਮਥਿੰਗ, ਕਿਸੇ ਨੂੰ ਕੁਝ ਕਰਨ ਲਈ ਕਹਿਣਾ, ਟੂ ਟੈਲ somebody to do something। ਕਲੀਅਰ ਹੈ ਕਿ ਜਿਹੜੇ ਇੰਪੈਰੇਟਿਵ ਸੈਂਟੈਂਸ ਉਹਦੇ 'ਚ ਸਬਜੈਕਟ ਨਹੀਂ ਹੁੰਦਾ, ਡਾਇਰੈਕਟ ਹੀ ਕਮਾਂਡ ਦਿੱਤੀ ਜਾਂਦੀ ਹੈ, ਰਿਕੁਐਸਟ ਕੀਤੀ ਜਾ ਸਕਦੀ ਹੈ ਅਤੇ ਇਹਦੇ ਵਿੱਚ ਸੈਕਿੰਡ ਪਰਸਨ ਨੂੰ ਆਪਾਂ ਕੋਈ ਗੱਲ ਕਹਿ ਰਹੇ ਹਾਂ, ਤੁਹਾਨੂੰ ਕਿਹਾ ਜਾਂਦਾ ਹੈ। ਜਿਵੇਂ ਆਪਾਂ ਐਗਜ਼ਾਮਪਲ ਲਈ ਵੀ ਹੈ, ਓਪਨ ਦਾ ਡੋਰ, ਦਰਵਾਜ਼ਾ ਖੋਲ੍ਹੋ, ਓਪਨ ਦਾ ਡੋਰ। ਓਪਨ V1 ਹੈ ਸਾਡੇ ਕੋਲ, ਅਤੇ ਡੋਰ ਜਿਹੜਾ ਹੈਗਾ ਇਹ ਇੱਕ ਆਬਜੈਕਟ ਹੈਗੇ, ਕੀ ਕੰਮ ਕਰਨਾ ਉਹ ਹੈ, ਨੋ ਸਬਜੈਕਟ। ਇਹ ਤਾਂ ਕਲੀਅਰ ਹੈ। ਇੰਪੈਰੇਟਿਵ ਸੈਂਟੈਂਸ ਉਹ ਸੈਂਟੈਂਸ ਹੈ, ਦੈਟ ਸੈਂਟੈਂਸ ਵਿਚ ਡੋਂਟ ਹੈਵ ਅ ਸਬਜੈਕਟ, ਓਨਲੀ ਡਾਇਰੈਕਟਿਵ ਇਜ਼ ਗਿਵਨ ਟੂ ਐਨ ਇੰਪਲਾਈਡ ਸੈਕਿੰਡ ਪਰਸਨ to tell somebody to do something, as for example, open the door, do your work, don't waste your time। clear? आगे चलिए ਆਪਾਂ ਵੌਇਸ ਕਿਵੇਂ ਚੇਂਜ ਹੁੰਦੀ ਹੈ। ਓਪਨ ਦਾ ਡੋਰ ਪਾਕ ਲੈਂਦੇ ਹਾਂ ਆਪਾਂ, ਓਪਨ ਦਾ ਡੋਰ। ਤਾਂ ਹਾਂਜੀ ਦੇਖੋ ਧਿਆਨ ਨਾਲ, ਸਾਡੇ ਕੋਲ ਓਪਨ V1 ਹੈ ਦਾ ਡੋਰ, V1 ਪਲੱਸ ਆਬਜੈਕਟ। ਤਾਂ ਹੁਣ ਸਬਜੈਕਟ 'ਚ ਹੈ ਨਹੀਂ, ਤਾਂ ਆਪਾਂ ਇਹਨਾਂ ਵਾਕਾਂ ਨੂੰ ਵੌਇਸ ਚੇਂਜ ਦੇ ਸਮੇਂ ਲੈਟ ਦੀ ਵਰਤੋਂ ਕਰਦੇ ਹਾਂ। ਲੈਟ, ਉਸ ਤੋਂ ਬਾਅਦ ਆ ਗਿਆ ਆਪਣਾ ਆਬਜੈਕਟ, ਕੀ ਆ ਗਿਆ ਆਪਣਾ ਆਬਜੈਕਟ, ਫਿਰ ਬੀ ਓਪਨਡ, ਫਿਰ ਬੀ ਲੈਟ ਦੇ ਨਾਲ, ਦ ਡੋਰ ਬੀ ਓਪਨਡ ਆ ਗਿਆ ਸਾਡਾ ਪਾਸਟ ਪਾਰਟੀਸਿਪਲ B3। ਲੈਟ ਪਲੱਸ ਆਬਜੈਕਟ ਪਲੱਸ ਬੀ ਪਲੱਸ past participle। Let us take another example, do it at once, do it at once। मैं ਤੁਹਾਡੀ ਸੁਵਿਧਾ ਲਈ ਅੰਡਰਲਾਈਨ ਵੀ ਕੀਤਾ, do V1 ਹੋ ਗਈ, it object ਹੋ ਗਿਆ, at once adverb ਹੋ ਗਈ। let, ਉਸ ਤੋਂ ਬਾਅਦ ਕੀ ਲਵਾਂਗੇ ਆਪਾਂ object, ਫਿਰ ਆਪਾਂ be ਲਵਾਂਗੇ, let it be, do the past participle ਹੋ ਗਿਆ done at once। ਕਲੀਅਰ? ਹੁਣ ਇਹ ਇਕੱਲੇ ਪੋਜ਼ੀਟਿਵ ਜਾਂ ਅਫਰਮੇਟਿਵ ਸੈਂਟੈਂਸਸ ਨਹੀਂ ਹੁੰਦੇ, ਇਹਦੇ ਵਿੱਚ ਹੀ ਨੈਗੇਟਿਵ ਸੈਂਟੈਂਸਸ ਵੀ ਹੁੰਦੇ ਨੇ। ਫॉर ਐਗਜ਼ਾਮਪਲ, ਡੂ ਨਾਟ ਪਲੱਕ ਫਲਾਵਰਸ, ਇਹਦੇ ਵਿੱਚ ਆਪਣੇ ਮੂਹਰੇ ਡੂ ਅਤੇ ਨਾਟ ਲੱਗ ਗਿਆ। ਸਿਸਟਮ ਉਹੀ ਹੈ, ਪਲੱਕ B1 ਹੋ ਗਈ ਅਤੇ ਫਲਾਵਰਸ ਆਬਜੈਕਟ ਹੋ ਗਏ, ਤਾਂ ਲੈਟ ਫਲਾਵਰਸ ਨਾਟ ਬੀ ਪਲੱਕਡ। ਤਰੀਕਾ ਸੇਮ, ਵਿੱਚ ਨਾਟ ਇਨਸਰਟ ਹੋ ਗਿਆ, ਲੈਟ ਪਲੱਸ ਆਬਜੈਕਟ ਪਲੱਸ ਨਾਟ ਪਲੱਸ ਬੀ ਪਲੱਸ ਪਾਸਟ ਪਾਰਟੀਸਿਪਲ। ਇਕੱਲਾ ਦੇਖੋ ਉੱਪਰਲੇ ਨਾਲ ਅਗਰ ਕੰਪੇਅਰ ਕਰੋ ਤਾਂ ਇਕੱਲਾ ਨਾਟ ਦਾ ਅੰਤਰ ਹੋਇਆ। ਡੂ ਨਾਟ ਟੱਚ ਦ ਵਾਇਰ, ਅਨਦਰ ਐਗਜ਼ਾਮਪਲ ਲੈਂਦੇ ਆਪਾਂ, ਤਾਂ ਟੱਚ B1 ਹੋ ਗਈ, ਆਬਜੈਕਟ ਹੋ ਗਿਆ, ਲੈਟ ਦ ਵਾਇਰ ਨਾਟ ਬੀ ਟੱਚਡ, let the wire not be touched। ਉਹੀ ਤਰੀਕਾ, let plus object plus not plus be plus past participle। is it clear ਬੇਟਾ? clear। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। another way to change the voice, another way
एक होर ढंग के इसे वाक नूं होर किस तरीके नाल बदलिया जा सकदा है। आपां वाक ओही लिया ओपन द डोर। तो इहदे विच बेटा तुसीं की करना है, यू आर ऑर्डर्ड, ये आपां 4 शब्द लए ने, 4 वर्ड्स, यू आर ऑर्डर्ड टू। ओपन द डोर अगे ही रह जूगा। ਇਹਦੇ ਵਿੱਚ ਯੂ ਆਰ ਐਡਵਾਈਜ਼ ਟੂ ਵੀ ਹੋ ਸਕਦਾ, ਰਿਕੁਐਸਟਡ ਟੂ ਵੀ ਹੋ ਸਕਦਾ, ਵਾਕ ਦੀ ਕਿਸਮ ਤੇ, ਜਿਵੇਂ ਪਲੀਜ਼ ਓਪਨ ਦ ਡੋਰ ਹੈ ਤਾਂ ਯੂ ਆਰ ਰਿਕੁਐਸਟਡ ਟੂ। ਡੂ ਨਾਟ ਟੱਚ ਦ ਵਾਇਰ, ਨੈਗੇਟਿਵ ਵੀ ਆਪਾਂ ਲਿਆ ਇੱਕ, ਤਾਂ ਯੂ ਆਰ ਐਡਵਾਈਜ਼ਡ ਜਾਂ ਆਰਡਰਡ ਨਾਟ ਟੂ ਟੱਚ, ਕੱਲਾ ਟੂ ਦੀ ਥਾਂ ਤੇ ਨਾਟ ਟੂ ਟੱਚ। ਨੈਗੇਟਿਵ ਸੈਂਟੈਂਸ ਮੰਨਦੇ ਯੂ ਆਰ ਵਾਂਟ, ਵਾਂਟ ਸ਼ਬਦ ਵੀ ਵਰਤ ਸਕਦੇ ਹਾਂ, ਨਾਟ ਟੂ ਟੱਚ। ਐਡਵਾਈਜ਼ ਦੀ ਥਾਂ ਤੇ ਆਪਾਂ ਵਰਡ ਲਿਆ ਵਾਂਟ। एक गल ध्यान च रखनी है, डियर स्टूडेंट्स, इफ यू यूज फॉरबिडन वर्ड दैन नॉट जिहड़ा नहीं लगेगा, बिकॉज फॉरबिडन इज ऑलरेडी मना करना, ना इहदे विच शामिल है, नॉट फॉरबिडन दे विच ही इनकलूडड है, इसलिए यू आर फॉरबिडन टू टच द वायर। इत्थे असीं नॉट जिहड़ा हैगा ओह नहीं लगाना, बी क्लीयर, यू आर फॉरबिडन टू टच द वायर। होर कई तरीके नाल भी बन जाता, जिवें द डोर शुड बी ओपनड, द डोर शुड बी ओपनड भी बन जाता है, पर मैं तुहानूं मेन 2 तरीके करवाए ने ये। तो दोबारा समझो कि की है इंपैरेटिव सेंटेंस जिस दे विच सबजैक्ट नहीं हुंदा, डायरैक्ट कमांड जां रिक्वेस्ट वगैरह ही हुंदी है, किसी नूं कुछ करन लई कहा जाता है। अगर पंजाबी च याद करना होवे तो किसी नूं कुछ करन लई कहा जाता है, टू टेल समबडी टू डू समथिंग, चाहे वो ऑर्डर के रूप में होवे, चाहे रिक्वेस्ट के रूप में होवे, चाहे इनविटेशन के रूप में होवे, या फिर कोई इंस्ट्रक्शन या चेतावनी वार्निंग होवे। जिस तरह आप नैगेटिव सेंटेंसेस दे विच देखिए, डू नॉट डू इट, ये ना करो, ना करो, मना किया गया। तो पहला सानू इंपैरेटिव सेंटेंस पता होना चाहिए, फिर उसकी वॉइस चेंज किस तरह की जा सकती है कि लैट दे नाल, लैट तो बाद ऑब्जेक्ट लगेगा, फिर बी, तो फिर B3 पास्ट पार्टिसिपल। ये तुहानू फॉर्मूला याद करन दी लोड़ नहीं पैनी, अगर तुसी बना के देखोगे, प्रैक्टिस मेन चीज़ है, प्रैक्टिस। तो प्रैक्टिस करते रहो, तुहानू जल्दी सारा जिहड़ा अपने आप आ जाऊगा। तुसी कुछ वाक बना के देखो, तुहानू लगूगा कि तुसी पहलां नालों वध इस चीज़ दे जानकार हो गए, इस चीज़ नूं जानन लग गए, तो हुण तुसी वॉइस अपने आप चेंज करन च सफल हो जाओगे। ओके बेटा, कोई डाउट होया तो तुसी लिख के भेज सकते हो। ओके, थैंक यू।